ਤੇ ਆਪਾਂ ਕਰਦੇ ਹਾਂ ਅੱਗੇ ਇੰਟੈਗਰਲ ਫਾਰਮ ਆਫ ਫੈਰਾਡੇਜ਼ ਲਾ। ਸੋ ਇੰਟੈਗਰਲ ਫਾਰਮ ਦੀ ਫੈਰਾਡੇ ਲਾ ਦੇਖੋ ਕੀ ਹੈ। ਮੰਨ ਲਓ ਆਪਣੇ ਕੋਲ ਓਪਨ ਸਰਫੇਸ ਹੈ। ਕੰਸੀਡਰ ਐਨ ਓਪਨ ਸਰਫੇਸ ਐਸ ਬਾਉਂਡਡ ਬਾਈ ਦੀ ਪਾਸ ਸੀ ਪਲੇਸਡ ਇਨ ਮੈਗਨੇਟਿਕ ਫੀਲਡ ਬੀ। ਮੰਨ ਲਓ ਬੀ ਵੈਕਟਰ ਬੀ ਮੈਗਨੇਟਿਕ ਫੀਲਡ ਦੇ ਬੀ ਦੇ ਅੰਦਰ ਆਪਾਂ ਕੀ ਹੈ ਕੋਈ ਸਰਕਲ ਲੂਪ ਨੂੰ ਰੱਖਤਾ। ਕਲੋਜ਼ਡ ਕਰ ਪਾਥ ਹੈ ਕੋਈ ਕਲੋਜ਼ਡ ਕਰਵ ਆ ਤੁਹਾਡੇ ਕੋਲ ਸੀ। ਇਹਦਾ ਓਪਨ ਸਰਫੇਸ ਐਸ ਲੈ ਲਿਆ ਅਤੇ ਇਹਨੂੰ ਕਾਹਦੇ 'ਚ ਰੱਖਦਾ ਜੀ ਮੈਗਨੇਟਿਕ ਫੀਲਡ 'ਚ ਰੱਖਦਾ। ਸਪੋਜ਼ ਦੀ ਮੈਗਨੇਟਿਕ ਫੀਲਡ ਇਜ਼ ਚੇਂਜਿੰਗ ਵਿਦ ਟਾਈਮ ਟੀ। ਅਤੇ ਮੰਨ ਲਓ ਜਿਹੜਾ ਤੁਹਾਡੇ ਕੋਲ ਮੈਗਨੇਟਿਕ ਫੀਲਡ ਬੀ ਹੈ ਇਹ ਟਾਈਮ ਦਾ ਨਹੀਂ ਕਿ ਚੇਂਜ ਹੋ ਰਿਹਾ। ਦਾ ਮੈਗਨੇਟਿਕ ਫਲਕਸ ਥਰੂ ਦੀ ਸਰਫੇਸ ਐਟ ਐਨੀ ਟਾਈਮ ਟੀ। ਜੇ ਅਸੀਂ ਇਹਦੇ ਅੰਦਰ ਮੈਗਨੇਟਿਕ ਫਲਕਸ ਫਾਈਂਡ ਕਰਨੀ ਹੈ ਤਾਂ ਆਪਣੇ ਕੋਲ ਕੀ ਫਾਰਮੂਲਾ ਹੁੰਦਾ ਫਾਈ ਫਲਕਸ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਤੁਸੀਂ ਯਾਦ ਰੱਖਣਾ ਫਾਈ ਐਮ ਐਫ ਫਾਈ ਐਮ ਏ ਦੀ ਮੈਗਨੇਟਿਕ ਫਲਕਸ ਦੈਟ ਇਜ਼ ਇਕੁਅਲ ਟੂ ਆਪਾਂ ਕੀ ਕਰਾਂਗੇ ਓਪਨ ਸਰਫੇਸ ਇੰਟੈਗਰਲ ਫਾਈਂਡ ਕਰਾਂਗੇ ਮੈਗਨੇਟਿਕ ਫੀਲਡ ਦਾ। ਤਾਂ ਆਪਣੇ ਕੋਲ ਕੀ ਹੋਊਗਾ ਬੀ ਵੈਕਟਰ ਡਾਟ ਡੀ ਐਸ ਵੈਕਟਰ ਅਤੇ ਇਹਦਾ ਅਸੀਂ ਕੀ ਲੈ ਲਿਆ ਓਪਨ ਸਰਫੇਸ ਲੈ ਲਿਆ। ਆਹ ਆਪਣੇ ਕੋਲ ਮੈਗਨੇਟਿਕ ਫਲਕਸ ਦਾ ਫਾਰਮੂਲਾ ਹੈ। ਤਾਂ ਡੀ ਐਸ ਆਪਣੇ ਕੋਲ ਕੀ ਹੈ ਇੱਥੇ ਡੀ ਐਸ ਆਪਣੇ ਕੋਲ ਕੋਈ ਵੀ ਇੱਥੇ ਸਮਾਲ ਸਰਫੇਸ ਹੈ। ਆਹ ਸਾਰਾ ਸਰਫੇਸ ਕਲੋਡ ਕਰਵ ਦਾ ਕੀ ਆਪਣੇ ਕੋਲ ਕੀ ਆ ਐਸ ਐਸ। ਅਤੇ ਆਪਾਂ ਕੋਈ ਵੀ ਛੋਟਾ ਸਮਾਲ ਏਰੀਆ ਲੈ ਲੈਂਦੇ ਹਾਂ ਇੱਥੇ ਸਮਾਲ ਏਰੀਆ ਲੈ ਲਿਆ ਉਹ ਡੀ ਐਸ ਹੈ। ਕੋਈ ਜਾਂ ਸਮਾਲ ਆਪਾਂ ਕਿ ਓਪਨ ਸਰਫੇਸ ਲੈ ਲਿਆ ਕੋਈ ਵੀ ਸਮਾਲ ਸਰਫੇਸ ਲੈ ਲਓ ਇੱਥੇ ਇਹਦੇ ਅੰਦਰ ਕਲੋਡ ਕਰਵ ਦੇ ਉਹਨੂੰ ਅਸੀਂ ਸਮਾਲ ਡੀ ਐਸ ਨੇ ਡੋਟ ਕਰਤਾ। ਤਾਂ ਜੇ ਅਸੀਂ ਮੈਗਨੇਟਿਕ ਬੀ ਦੀ ਡੋਟ ਪ੍ਰੋਡਕਟ ਫਾਈਂਡ ਡੋਟ ਪ੍ਰੋਡਕਟ ਫਾਈਂਡ ਕਰਕੇ ਡੀ ਐਸ ਵੈਕਟਰ ਦੇ ਨਾਲ ਤਾਂ ਆਪਣੇ ਕੋਲ ਕੀ ਆ ਜਾਊਗੀ ਮੈਗਨੇਟਿਕ ਫਲਕਸ ਆ ਜਾਊਗਾ ਸਮਾਲ ਸਰਫੇਸ ਡੀ ਐਸ ਦੇ ਵਿੱਚ। ਅਤੇ ਅਸੀਂ ਜੇ ਐਸ ਦੇ ਕ੍ਰੋਸ ਫਾਈਂਡ ਟੋਟਲ ਫਲਕਸ ਫਾਈਂਡ ਕਰਨੀ ਹੈ ਆ ਕਲੋਡ ਕਰਵ ਸੀ ਦੀ ਜਿਹਦਾ ਸਰਫੇਸ ਏਰੀਆ ਐਸ ਹੈ ਤਾਂ ਅਸੀਂ ਕੀ ਕਰਾਂਗੇ ਇਹਨੂੰ ਟੈਗਲ ਕਰ ਦਾਂਗੇ ਇਹਦਾ ਓਪਨ ਸਰਫੇਸ ਇੰਟੈਗਰਲ ਫਾਈਂਡ ਕਰ ਦਾਂਗੇ। ਤਾਂ ਵਿੱਚ ਆਪਣੇ ਕੋਲ ਫਲਕਸ ਦਾ ਫਾਰਮੂਲਾ ਹੁੰਦਾ ਹੈ ਨੋਟ ਦੈਟ ਬੀ ਫੰਕਸ਼ਨ ਆਫ ਕੋਆਰਡੀਨੇਟਸ ਐਂਡ ਟਾਈਮ। ਜਿਹੜਾ ਮੈਗਨੇਟਿਕ ਫੀਲਡ ਬੀ ਹੈ ਕਿਹਦਾ ਫੰਕਸ਼ਨ ਆ ਟਾਈਮ ਦਾ ਅਤੇ ਕੋਆਰਡੀਨੇਟਸ ਦਾ। ਟਾਈਮ ਦਾ ਫੰਕਸ਼ਨ ਕੀ ਹੈ ਮੰਨ ਲਓ ਵੀ ਟਾਈਮ ਦੀ ਰੇਟ ਦਾ ਤੁਹਾਡੇ ਕੋਲ ਮੈਗਨੇਟਿਕ ਫੀਲਡ ਚੇਂਜ ਕਰ ਰਿਹਾ। ਕੋਆਰਡੀਨੇਟਸ ਮੀਨਸ ਕੀ ਹੈ ਮੰਨ ਲਓ ਇਸ ਜਗ੍ਹਾ 'ਤੇ ਮੈਗਨੇਟਿਕ ਫੀਲਡ ਹੋਰ ਆ ਇੱਥੇ ਕੋਈ ਹੋਰ ਹੈ ਵੈਰੀ ਮੈਗਨੇਟਿਕ ਫੀਲਡ ਹੈ ਤਾਂ ਕਰਕੇ ਉਹਨੂੰ ਕਹਿੰਦਾ ਅਸੀਂ ਫੰਕਸ਼ਨ ਆਫ ਕੋਆਰਡੀਨੇਟਸ। ਹੁਣ ਆਪਣੇ ਕੋਲ ਦੇਖੋ ਇਫ ਐਪਸਿਲਨ ਦੀ ਇੰਡਿਊਸ ਇਫ ਇਨ ਦੀ ਸਰਕਟ ਦੈਨ ਅਕੋਰਡਿੰਗ ਟੂ ਫੈਰਾਡੇਜ਼ ਲਾ। ਤਾਂ ਆਪਣੇ ਕੋਲ ਕੀ ਹੋਊਗਾ ਐਪਸਿਲਨ ਕਿਹਦੇ ਇਕੁਅਲ ਹੋ ਜਾਊ ਆਪਣੇ ਕੋਲ ਤਾਂ ਤੁਸੀਂ ਇੱਥੇ ਈ ਲਿਖ ਲਾ ਲਓ ਇੱਥੇ ਚਲੋ ਇਫ ਈ ਸਮਾਲ ਈ ਇਹਨਾਂ ਨੇ ਈ ਦੇ ਨਾਲ ਸਮਾਲ ਈ ਲੈ ਲਓ ਇਫ ਸਮਾਲ ਈ ਇਹਦੀ ਇੰਡਿਊਸ ਇਫ ਇਨ ਸਰਕਟ ਦਾ ਆਪਣੇ ਕੋਲ ਕੀ ਹੋਊਗਾ ਇੰਡਿਊਸ ਮਸਟ ਵੀ ਇਕੁਅਲ ਟੂ ਡੀ ਫਾਈ ਅਪੋਨ ਡੀ ਟੀ ਹੋਊਗਾ ਆਪਣੇ ਕੋਲ। ਇਹ ਕਿਹਦੇ ਇਕੁਅਲ ਹੋਊਗਾ ਆਪਣੇ ਕੋਲ ਮਾਈਨਸ ਡੀ ਫਾਈ ਅਪੋਨ ਡੀ ਟੀ। ਇਹ ਆਪਾਂ ਪਿੱਛੇ ਪੜ੍ਹਿਆ ਹੋਇਆ ਇੰਡਿਊਸ ਫੈਰਾਡੇ ਲਾ ਦੇ ਅਕੋਰਡਿੰਗ ਆਪਣੇ ਕੋਲ ਇੰਡਿਊਸ ਕਿਹਦੇ ਇਕੁਅਲ ਹੁੰਦਾ ਆਪਣੇ ਕੋਲ ਮਾਈਨਸ ਡੀ ਫਾਈ ਅਪੋਨ ਡੀ ਟੀ 'ਤੇ ਅਤੇ ਫਾਈ ਮਾਈਨਸ ਡੀ ਫਾਈ ਐਮ ਦਾ ਮਤਲਬ ਫਾਈ ਐਮ ਦਾ ਮਤਲਬ ਕਿ ਮੈਗਨੇਟਿਕ ਫਲਕਸ ਹੈ। ਤਾਂ ਅਸੀਂ ਇੱਥੇ ਕੀ ਕਰਦੇ ਹਾਂ ਹੁਣ ਇੱਥੇ ਫਾਈ ਐਮ ਦੀ ਵੈਲਿਊ ਪੁੱਟ ਕਰ ਦਿੰਦੇ ਹਾਂ। ਤਾਂ ਫਾਈ ਐਮ ਦੀ ਆਪਣੇ ਕੋਲ ਆ ਵੈਲਿਊ ਹੈ ਤਾਂ ਆਪਣੇ ਕੋਲ ਕੀ ਆ ਜਾਊਗਾ ਈਜ਼ ਇਕੁਅਲ ਟੂ ਮਾਈਨਸ ਡੀ ਅਪੋਨ ਡੀ ਟੀ ਆਫ ਓਪਨ ਸਰਫੇਸ ਇੰਟੈਗਰਲ ਆਫ ਬੀ ਵੈਕਟਰ ਡੋਟ ਆਪਣੇ ਕੋਲ ਕੀ ਹੈਗਾ ਡੀ ਐਸ ਵੈਕਟਰ। ਆਹ ਆਪਣੇ ਕੋਲ ਮੈਥਮੈਟਿਕ ਫਾਰਮ ਆ ਗਈ ਡੀ ਐਸ ਐਫ ਦੀ। ਤਾਂ ਜੇ ਅਸੀਂ ਆ ਡੈਰੀਵੇਟਰ ਨੂੰ ਅੰਦਰ ਲੈ ਕੇ ਜਾਣਾ ਤਾਂ ਯਾਦ ਰੱਖਣਾ ਕਾਹ 'ਚ ਕਨਵਰਟ ਹੋ ਜਾਂਦਾ ਪਾਰਸ਼ੀਅਲ ਡੈਰੀਵੇਟਰ ਦੇ ਵਿੱਚ ਅਸੀਂ ਕਨਵਰਟ ਹੋ ਜਾਂਦਾ। ਤਾਂ ਆਪਣੇ ਕੋਲ ਫਿਰ ਕੀ ਆ ਗਿਆ ਈਜ਼ ਇਕੁਅਲ ਟੂ ਆਪਣੇ ਕੋਲ ਕੀ ਆ ਜਾਊਗਾ ਸਮਾਲ ਈਜ਼ ਇਕੁਅਲ ਟੂ ਆਪਣੇ ਕੋਲ ਕੀ ਆ ਜਾਊਗਾ ਮਾਈਨਸ ਆਫ ਓਪਨ ਸਰਫੇਸ ਇੰਟੈਗਰਲ ਆਫ ਕਰਲੀ ਬੀ ਅਪੋਨ ਕਰਲੀ ਟੀ। ਤਾਂ ਆਪਣੇ ਕੋਲ ਆ ਆਪਣੇ ਕੋਲ ਕੀ ਹੈ ਦਿਸ ਇਜ਼ ਦੀ ਇੰਟੈਗਰਲ ਫਾਰਮ ਆਫ ਫੈਰਾਡੇਜ਼ ਲਾ। ਇਹ ਯਾਦ ਰੱਖਣਾ ਇਹ ਫੈਰਾਡੇਜ਼ ਲਾ ਦੀ ਇੰਟੈਗਰਲ ਫਾਰਮ ਹੈ। ਮਤਲਬ ਇੰਡਿਊਸ ਐਫ ਦਾ ਆਪਣੇ ਕੋਲ ਕੀ ਫਾਰਮੂਲਾ ਹੁੰਦਾ ਮਾਈਨਸ ਓਪਨ ਸਰਫੇਸ ਇੰਟੈਗਰਲ ਆਫ ਕਰਲੀ ਬੀ ਅਪੋਨ ਕਰਲੀ ਟੀ ਡੋਟ ਪ੍ਰੋਡਕਟ ਵਿਦ ਡੀ ਐਸ ਵੈਕਟਰ। ਤਾਂ ਇਹ ਆਪਣੇ ਕੋਲ ਇਹਦਾ ਫਾਰਮੂਲਾ ਹੈ ਇੰਡਿਊਸ ਐਫ ਦਾ। ਅਸੀਂ ਡੋਟ ਪ੍ਰੋਡਕਟ ਕਿਹਨਾਂ ਫਾਈਂਡ ਕਰਨੀ ਸੀ ਡੀ ਐਸ ਵੈਕਟਰ ਦੇ ਨਾਲ। ਹੁਣ ਬੱਚੇ ਆਪਾਂ ਪੇਪਰ 'ਚ ਕਈ ਵਾਰ ਪੁੱਛ ਲੈਂਦੇ ਆ ਡਿਫਰੈਂਸ਼ੀਅਲ ਫਾਰਮ ਆਫ ਫੈਰਾਡੇਜ਼ ਲਾ। ਤਾਂ ਆਪਾਂ ਪਿੱਛੇ ਇੰਟੈਗਰਲ ਫਾਰਮ ਫਾਈਂਡ ਕੀਤਾ ਹੁਣ ਆਪਾਂ ਇਹਦੀ ਡਿਫਰੈਂਸ਼ੀਅਲ ਫਾਰਮ ਫਾਈਂਡ ਕਰਾਂਗੇ। ਡਿਫਰੈਂਸ਼ੀਅਲ ਫਾਰਮ ਕਿਵੇਂ ਫਾਈਂਡ ਕਰਨੇ ਦੇਖੋ ਇੰਡਿਊਸ ਐਫ ਆਪਣੇ ਕੋਲ ਕੀ ਹੁੰਦਾ ਤਾਂ ਇੰਡਿਊਸ ਐਫ ਦੀ ਸਰਕਿਟ ਡਿਫਾਈਨਡ ਐਜ਼ ਅਮਾਊਂਟ ਆਫ ਵਰਕ ਡਨ ਇਨ ਟੇਕਿੰਗ ਏ ਯੂਨਿਟ ਪੋਜ਼ੀਟਿਵ ਚਾਰਜ ਅਰਾਊਂਡ ਦੀ ਸਰਕਟ। ਤਾਂ ਆਪਾਂ ਪਿੱਛੇ ਪਲੱਸ 2 'ਚ ਪੜ੍ਹਿਆ ਹੋਇਆ
ਅਸੀਂ ਕੀ ਕਰਦੇ ਹਾਂ, ਈ ਵੈਕਟਰ ਇਲੈਕਟ੍ਰਿਕ ਫੀਲਡ ਵੈਕਟਰ ਦੀ ਡਾਟ ਪ੍ਰੋਡਕਟ ਫਾਈਂਡ ਕਰਦੇ ਹਾਂ ਡੀ ਐਲ ਵੈਕਟਰ ਦੇ ਨਾਲ। ਇਹ ਅਸੀਂ ਫਾਈਂਡ ਕਰਦੇ ਹਾਂ ਕਲੋਡ ਲਾਈਨ ਟੈਗਲੋਡ ਦੀ ਕਲੋਡ ਕਰਵ ਸੀ, ਜਿਹੜੀ ਆਪਣੇ ਕੋਲ ਕਲੋਡ ਕਰਵ ਸੀ ਹੈ। ਤਾਂ ਇਹ ਆਪਣੇ ਕੋਲ ਕੀ ਆ ਜਾਊਗਾ, ਇੰਡਿਊਸਮੈਂਟ ਦਾ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਵੇਅਰ ਈ ਵੈਕਟਰ ਦੀ ਇਲੈਕਟ੍ਰਿਕ ਫੀਲਡ ਇਨਸਾਈਡ ਇਨ ਦੀ ਸਰਕਟ ਡਿਊ ਟੂ ਚੇਂਜ ਮੈਗਨੈਟਿਕ ਫਲਕਸ। ਕਿਉਂਕਿ ਸਰਕਟ ਦੇ ਅੰਦਰ ਆਪਣੇ ਕੋਲ ਦੇਖੋ ਈਐਮਐਫ ਇੰਡਿਊਸ ਹੋ ਰਿਹਾ ਹੈ, ਤਾਂ ਜੇ ਈਐਮਐਫ ਇੰਡਿਊਸ ਹੋ ਰਿਹਾ ਤਾਂ ਉਹਦੇ ਅੰਦਰ ਆਪਣੇ ਕੋਲ ਕਰੰਟ ਵੀ ਫਲੋ ਕਰੂਗਾ। ਜੇ ਕਰੰਟ ਫਲੋ ਕਰੂਗਾ ਇਹਦਾ ਮਤਲਬ ਸਰਕਟ ਦੇ ਅੰਦਰ ਆਪਣੇ ਕੋਲ ਇਲੈਕਟ੍ਰਿਕ ਫੀਲਡ ਵੀ ਹੋਊਗਾ। ਤਾਂ ਆਹ ਇੰਡਿਊਸਮੈਂਟ ਅਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਰਿਲੇਸ਼ਨ ਹੁੰਦਾ ਹੈ। ਹੁਣ ਆਪਣੇ ਕੋਲ ਜਿਹੜੀ ਪਿੱਛੇ ਡਾਇਗਲ ਫਾਰਮ ਆ, ਉੱਥੇ ਈ ਦੀ ਜਗ੍ਹਾ 'ਤੇ ਅਸੀਂ ਕੀ ਪੁੱਟ ਕਰ ਦਿੰਦੇ ਹਾਂ, ਆਹ ਵੈਲਿਊ ਪੁੱਟ ਕਰ ਦਿੰਦੇ ਹਾਂ। ਡਾਇਗਲ ਫਾਰਮ ਆਪਣੇ ਕੋਲ ਕੀ ਹੈ, ਦੇਖੋ ਲਿਖ ਲਾਂਗੇ ਆਪਾਂ ਈ ਇਜ਼ ਇਕੁਅਲ ਆਪਣੇ ਕਿਹਦੇ ਹੁੰਦਾ, ਅਕੋਰਡਿੰਗ ਟੂ ਡਾਇਗਲ ਫਾਰਮ ਆਫ ਫੈਰਾਡੇਜ਼ ਲਾ ਆਪਣੇ ਕੋਲ ਈ ਇਜ਼ ਇਕੁਅਲ ਆਪਣੇ ਕੋਲ ਕੀ ਹੁੰਦਾ, ਜਿਹੜੀ ਆਹ ਵੈਲਿਊ ਹੈ ਇਹ ਆਪਣੇ ਕਿਹਦੀ ਇਕੁਅਲ ਈ ਦੇ ਹੁੰਦੀ ਹੈ। ਈ ਇਜ਼ ਇਕੁਅਲ ਆਪਣੇ ਕੀ ਹੁੰਦਾ, ਮੈਥ ਓਪਨ ਸਰਫੇਸ ਡਾਇਗਲ ਲੌਕ ਕਰ ਲਈ ਬੀ ਓਪਨ ਕਰ ਲਈ ਟੀ। ਤਾਂ ਹੁਣ ਅਸੀਂ ਈ ਜਗ੍ਹਾ 'ਤੇ ਆਹ ਵੈਲਿਊ ਪੁੱਟ ਕਰ ਦੇਣਾ ਇੱਥੇ, ਤਾਂ ਆਪਣੇ ਕੋਲ ਆਹ ਕੁਐਸਚਨ ਆ ਜਾਊਗੀ। ਹੁਣ ਬੱਚੇ ਅਸੀਂ ਕੀ ਕਰਦੇ ਹਾਂ, ਅਕੋਰਡਿੰਗ ਟੂ ਸਟੋਕਸ ਥਿਓਰਮ। ਸਟੋਕਸ ਥਿਓਰਮ ਦੇ ਅਕੋਰਡਿੰਗ ਆਪਣੇ ਕੋਲ ਕੀ ਹੁੰਦਾ, ਅਸੀਂ ਕਲੋਡ ਲਾਈਨ ਟੈਗਰ ਨੂੰ ਓਪਨ ਸਰਫੇਸ ਟੈਗਰ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ। ਦਿਸ ਇਜ਼ ਸਟੋਕਸ ਥਿਓਰਮ। ਅਤੇ ਨਾਲ ਆਪਾਂ ਨੂੰ ਕੀ ਲੈਣਾ ਪਊਗਾ, ਇਲੈਕਟ੍ਰਿਕ ਫੀਲਡ ਦਾ ਕਰਲ ਲੈਣਾ ਪਊਗਾ। ਤਾਂ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਕਲੋਡ ਲਾਈਨ ਟੈਗਲ ਆਫ ਇਲੈਕਟ੍ਰਿਕ ਫੀਲਡ ਦੀ ਜੋ ਆਹ ਵੈਲਿਊ ਆ ਉਸ ਨੂੰ ਅਸੀਂ ਇਸ ਇਕੁਏਸ਼ਨ ਦੇ ਵਿੱਚ ਕੀ ਕਰ ਦਿੰਦੇ ਹਾਂ, ਪੁੱਟ ਕਰ ਦਿੰਦੇ ਹਾਂ। ਪੁੱਟ ਕਰਨ ਤੋਂ ਬਾਅਦ ਦੇਖੋ ਕੀ ਹੋਊਗਾ ਆਪਣੇ ਕੋਲ। ਤਾਂ ਜਿਹੜੇ ਇੰਟੈਗਰਲ ਆ ਦੋਨੇ ਪਾਸਿਓਂ ਇਹਨਾਂ ਦੋਨਾਂ ਦੀ ਵੈਲਿਊ ਸੇਮ ਹੈ, ਦੋਨੇ ਆਪਾਂ ਕੈਂਸਲ ਕਰ ਸਕਦੇ ਹਾਂ। ਤਾਂ ਆਪਣੇ ਕੋਲ ਫਿਰ ਕੀ ਆ ਗਿਆ, ਕਰਲ ਆਫ ਇਜ਼ ਇਕੁਅਲ ਟੂ ਮਾਈਨਸ ਕਰ ਲਈ ਬੀ ਬਾਈ ਕਰ ਲਈ ਟੀ ਆ ਗਿਆ। ਸੋ ਦਿਸ ਇਕੁਏਸ਼ਨ ਨੋਨ ਐਜ਼ ਡਿਫਰੈਂਸ਼ੀਅਲ ਫਾਰਮ ਆਫ ਫੈਰਾਡੇਜ਼ ਲਾ। ਇਹ ਬੱਚੇ ਮੈਕਸਵੈਲ ਦੀ ਫਸਟ ਇਕੁਏਸ਼ਨ ਵੀ ਹੈ। ਤਾਂ ਇਹ ਆਪਣੇ ਕੋਲ ਤਾਂ ਜਦੋਂ ਆਪਾਂ ਵਾਈਬ੍ਰੇਸ਼ਨ ਵੇਵ ਦੇ ਵਿੱਚ ਆਰਟੀਕਲ ਕੀਤਾ ਸੀ, ਉਦੋਂ ਅਸੀਂ ਜਿਹੜੇ ਮੈਕਸਵੈਲ ਦੀ ਫਸਟ ਇਕੁਏਸ਼ਨ ਹੈ ਕਿ ਫਾਈਂਡ ਕੀਤੀ ਸੀ ਬਾਈ ਯੂਜ਼ਿੰਗ ਫੈਰਾਡੇਜ਼ ਲਾ ਆਫ ਇਲੈਕਟ੍ਰੋਕੰਡਕਸ਼ਨ। ਭਾਵੇਂ ਅਸੀਂ ਜਿਹੜੀ ਡਿਫਰੈਂਸ਼ੀਅਲ ਫਾਰਮ ਆਫ ਫੈਰਾਡੇਜ਼ ਲਾ ਦੀ ਉਹ ਮੈਕਸਵੈਲ ਦੀ ਫਸਟ ਇਕੁਏਸ਼ਨ ਵੀ ਹੈ, ਉਵੇਂ ਆਪਾਂ ਸੇਮ ਹੀ ਕੀਤਾ। ਇੱਥੇ ਅਸੀਂ ਕੀ ਕੀਤਾ, ਇੱਥੇ ਵੀ ਅਸੀਂ ਮੈਕਸਵੈਲ ਦੀ ਫਸਟ ਇਕੁਏਸ਼ਨ ਨੂੰ ਹੀ ਫਾਈਂਡ ਸੋਲਵ ਕੀਤਾ, ਜਾਂ ਅਸੀਂ ਉਹਨੂੰ ਕੀ ਬੋਲਦੇ ਹਾਂ, ਡਿਫਰੈਂਸ਼ੀਅਲ ਫਾਰਮ ਆਫ ਫੈਰਾਡੇਜ਼ ਲਾ। ਯਾਦ ਰੱਖਣਾ, ਦੇਖੋ ਆਹ ਕੁਐਸਚਨ ਤਾਂ ਆਪਾਂ ਨੂੰ ਕੀ ਪਤਾ ਲੱਗਦਾ, ਇਟ ਸ਼ੋਜ਼ ਦੈਟ ਚੇਂਜ ਇਨ ਮੈਗਨੈਟਿਕ ਫੀਲਡ ਪ੍ਰੋਡਿਊਸ ਐਨ ਇਲੈਕਟ੍ਰਿਕ ਫੀਲਡ। ਆਪਾਂ ਇੱਥੋਂ ਆਪਣੇ ਪਤਾ ਲੱਗ ਗਿਆ ਵੀ ਕਰਲੀ ਬੀ ਬਾਈ ਕਰਲੀ ਡੀ ਇਕੁਅਲ ਕਿਹਦੀ ਈ ਆ ਰਿਹਾ। ਅਤੇ ਜਦੋਂ ਮੈਗਨੈਟਿਕ ਫਲਕਸ ਚੇਂਜ ਹੋਊਗਾ ਤਾਂ ਉਹਦੇ ਨਾਲ ਕੀ ਪ੍ਰੋਡਿਊਸ ਹੁੰਦਾ, ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੁੰਦਾ। ਇਹ ਕੁਐਸਚਨ ਤਾਂ ਪਹਿਲੀ ਗੱਲ ਆਪਾਂ ਨੂੰ ਇਸ ਕੁਐਸਚਨ 'ਤੇ ਪਤਾ ਲੱਗਦਾ। ਦੂਜਾ ਪਤਾ ਕੀ ਲੱਗਦਾ, ਦੇਖੋ ਜਿਹੜਾ ਆਪਾਂ ਜਦੋਂ ਤੁਸੀਂ ਸਟੈਟਿਕ ਚਾਰਜ ਦੇ ਵਿੱਚ ਸਟੈਟਿਕ ਚਾਰਜ ਦੀ ਗੱਲ ਕਰਦੇ ਹਾਂ ਆਪਾਂ, ਦ ਇਲੈਕਟ੍ਰਿਕ ਫੀਲਡ ਡਿਊ ਟੂ ਅੱਛਾ, ਜਦੋਂ ਆਪਾਂ ਤੁਸੀਂ ਇਲੈਕਟ੍ਰਿਕ ਫੀਲਡ ਫਾਈਂਡ ਕੀਤਾ ਡਿਊ ਟੂ ਸਟੈਟਿਕ ਚਾਰਜ, ਮਤਲਬ ਜਦੋਂ ਚਾਰਜ ਰੈਸਟ 'ਚ ਹੋਵੇ ਉਹਦੇ ਕਿ ਇਲੈਕਟ੍ਰਿਕ ਫੀਲਡ ਜੋ ਹੁੰਦਾ ਉਹਦਾ ਕਰਲ ਕਿੰਨਾ ਹੁੰਦਾ ਸੀ ਆਪਣੇ ਕੋਲ, ਕਰਲ ਆਫ ਇਜ਼ ਇਕੁਅਲ ਕੀ ਆਇਆ ਸੀ, 0 ਆਇਆ ਸੀ। ਇਫ ਦੇਅਰ ਐਗਜ਼ਿਸਟ ਇਲੈਕਟ੍ਰਿਕ ਫੀਲਡ ਡਿਊ ਟੂ ਚਾਰਜ ਦੈਟ ਇਜ਼ ਲਾਇੰਗ ਐਟ ਦੀ ਪੋਜੀਸ਼ਨ ਆਫ ਰੈਸਟ, ਜੋ ਚਾਰਜ ਰੈਸਟ 'ਚ ਹੁੰਦੇ ਆ ਉਹਦਾ ਇਲੈਕਟ੍ਰਿਕ ਫੀਲਡ ਦਾ ਕਰਲ ਕੀ 0 ਹੁੰਦਾ। ਇੱਥੇ ਦੇਖੋ ਜਿਹੜਾ ਦਾ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਬਾਈ ਟਾਈਮ ਵੇਅਰਿੰਗ ਮੈਗਨੈਟਿਕ ਫੀਲਡ ਇਜ਼ ਨੋਟ ਕੰਜ਼ਰਵੇਟਿਵ ਬਿਕਾਜ਼ ਇਟਸ ਕਰਲ ਇਜ਼ ਨੋਟ ਇਜ਼ 0 ਵੈਕਟਰ। ਤਾਂ ਇਹਦਾ ਕਰਲ 0 ਨਹੀਂ ਹੈ। ਹੁਣ ਯਾਦ ਰੱਖਣਾ, ਜੇ ਇਲੈਕਟ੍ਰਿਕ ਫੀਲਡ ਤੁਹਾਡੇ ਕੋਲ ਚਾਰਜ ਕਰਕੇ ਆ ਰਿਹਾ, ਜਿਹੜੇ ਚਾਰਜ ਰੈਸਟ 'ਚ ਹੈ ਉਹਦਾ ਕਰਲ 0 ਹੁੰਦਾ, ਅਤੇ ਜਿਹੜਾ ਇਲੈਕਟ੍ਰਿਕ ਫੀਲਡ ਆਪਣੇ ਕੋਲ ਕਿਹਦੇ ਕਰਕੇ ਆ ਰਿਹਾ, ਟਾਈਮ ਵੇਅਰਿੰਗ ਮੈਗਨੈਟਿਕ ਫੀਲਡ ਕਰਕੇ ਆ ਰਿਹਾ, ਉਹਦਾ ਕਰਲ 0 ਨਹੀਂ ਹੁੰਦਾ। ਅਤੇ ਜੇ ਆਪਾਂ ਨੂੰ ਪਤਾ ਇੱਥੇ ਕਰਲ ਆਫ ਇਕੁਅਲ 0 ਨਹੀਂ ਹੈ, therefore this electric field that is produced due to change in magnetic field cannot be expressed as the negative gradient of scalar potential। ਤਾਂ ਆਪਾਂ ਇਲੈਕਟ੍ਰਿਕ ਫੀਲਡ ਨੂੰ ਐਂ ਨਹੀਂ ਲਿਖ ਸਕਦੇ, this electric field cannot be written as the negative gradient of scalar potential, ਮਤਲਬ V ਦਾ ਅਸੀਂ ਐਂ ਲਿਖ ਸਕਦੇ ਐਸ ਇਲੈਕਟ੍ਰਿਕ ਫੀਲਡ। ਸੋ ਇਲੈਕਟ੍ਰਿਕ ਫੀਲਡ ਡਿਊ ਟੂ ਚੇਂਜ ਇਨ ਮੈਗਨੈਟਿਕ ਫੀਲਡ ਇਜ਼ ਨਾਟ ਇਕੁਅਲ ਟੂ ਨੈਗੇਟਿਵ ਗ੍ਰੇਡੀਅੰਟ ਆਫ ਸਕੇਲਰ ਪੋਟੈਂਸ਼ੀਅਲ ਫੰਕਸ਼ਨ। ਤਾਂ ਇਹ ਯਾਦ ਰੱਖਣੀ ਹੈ, ਜਿਹੜਾ ਇਲੈਕਟ੍ਰਿਕ ਫੀਲਡ ਇਹਦੇ ਕਰਕੇ ਹੈ ਤਾਂ ਪੇਪਰ 'ਚ ਆ ਜਾਂਦਾ, ਸ਼ੋ ਦੈਟ ਕਰਲ ਆਫ ਇਜ਼ ਨਾਟ ਇਕੁਅਲ ਟੂ 0 ਡਿਊ ਟੂ ਇਲੈਕਟ੍ਰਿਕ ਸ਼ੋ ਦੈਟ ਕਰਲ ਆਫ ਇਲੈਕਟ੍ਰਿਕ ਫੀਲਡ ਦੈਟ ਇਜ਼ ਪ੍ਰੋਡਿਊਸ ਡਿਊ ਟੂ ਟਾਈਮ ਵੇਅਰਿੰਗ ਮੈਗਨੈਟਿਕ ਫੀਲਡ ਇਜ਼ ਨਾਟ ਇਕੁਅਲ ਟੂ 0। ਤਾਂ ਆਪਾਂ ਕੀ ਸ਼ੋ ਕਰਨਾ ਵੀ ਜਿਹੜਾ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਇਆ ਕਿਹਦੇ ਕਾਰਨ ਪ੍ਰੋਡਿਊਸ ਹੋਇਆ, ਮੈਗਨੈਟਿਕ ਫੀਲਡ ਚੇਂਜ ਕਰਨ ਦੇ ਨਾਲ ਕਰਕੇ ਜੋ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਇਆ ਉਹਦਾ ਕਰਲ 0 ਦੇ ਇਕੁਅਲ ਨਹੀਂ ਹੁੰਦਾ। ਤਾਂ ਵੀ ਅਸੀਂ ਕੀ ਕਦੋਂ ਆਰਟੀਕਲ ਕਿਹੜਾ ਕਰਨਾ ਹੋਊਗਾ, ਅਸੀਂ ਆਹ ਇਕੁਏਸ਼ਨ ਡਰਾਈਵ ਕਰਨੀ ਹੋਊਗੀ, ਮੀਨਸ ਵੀ ਡਰਾਈਵ ਦੀ
डिफरेंशियल फार्म ऑफ फैराडेज ला ऑफ इलैक्ट्रोमैग्नेटिक इंडक्शन। तो जे ਤੁਹਾਡੇ ਕੋਲ ਬੱਚੇ डिफरेंशियल फार्म आ जाए ड्राइव की डिफरेंशियल फार्म ऑफ फैराडेज ला ऑफ इलैक्ट्रोमैग्नेटिक इंडक्शन, तो तुसी पहला की करोगे आह रिलेशन ड्राइव कर देना। पहला तो इंटैगल फार्म फाइंड कर देनी है। इंटैगल फार्म फाइंड करने तो बाद तुसी नाल इस तो बाद डिफरेंशियल फार्म फाइंड कर देनी है। तो जे कली इंटैगल फार्म आ जाए फिर तो इतों तक आर्टिकल करना है। जे डिफरेंशियल फार्म आए तो तुसी असल सारा आर्टिकल करना पऊगा जिहड़ा आपां अज कीता। तुहानूं पहलां इंटैगल फार्म फाइंड करनी पऊगी, डेफिनेशन भी दे दिओ इंड्यूस मैथड दे फैराडे दे ला दी, फिर इस तो बाद डिफरेंशियल फार्म ट्राई कर। पेपर च आर्टिकल ही आऊगा डिस्कस अबाउट दी फैराडे द लॉ ऑफ इलैक्ट्रोमैग्नेटिक इंडक्शन एंड ड्राइव द डिफरेंशियल फार्म ऑफ फैराडे द लॉ ऑफ इलैक्ट्रोमैग्नेटिक इंडक्शन। सो बच्चे इन्ना आर्टिकल है, नैक्सट आपां बाद च करांगे।